ਵੇਲੇ ਮਜੀਠੀਆ ਸਾਹਿਬ ਅੱਜ ਪੂਰੀ ਲੀਡਰਸ਼ਿਪ ਵੀ ਨਾਲ ਜਾ ਰਹੀ ਹੈ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਲਗਾਤਾਰ ਦੋ ਸਰਕਾਰਾਂ ਇਸ ਦੇ ਵਿੱਚ ਬਦਲ ਗਈਆਂ? ਦੇਖੋ ਇਸ ਮਸਲੇ ਦੇ ਉੱਤੇ ਬੜਾ ਸੰਵੇਦਨਸ਼ੀਲ ਮੁੱਦਾ ਹੈ। ਇਹਦੇ 'ਚ ਕਿਸੇ ਤਰੀਕੇ ਦੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਸੱਚਾਈ ਸਾਹਮਣੇ ਆਵੇ, ਵੀ ਵਿਲ ਕੋਆਪਰੇਟ, ਮਗਰ ਸਭ ਨੂੰ ਸਮਝ ਆ ਗਈ ਹੈ ਕਿ ਇਕੱਲਾ ਸਿਆਸਤ ਦਾ ਹਿੱਸਾ ਬਣਾਉਣਾ ਚਾਹੁੰਦੇ ਇਸ ਨੂੰ। ਦੇਖੋ ਜੇ ਪਿਛਲੀ SIT ਦੇ ਜਿਹੜੇ ਇਹਦੇ 'ਚ 5 ਮੈਂਬਰ ਸੀ, 4 ਮੈਂਬਰ ਇੱਕ ਮੈਂਬਰ ਨਾਲ ਡਿਸਐਗਰੀ ਕੀਤੇ, ਠੀਕ ਹੈ ਨਾ ਜੀ, ਔਰ ਇੱਕ ਮੈਂਬਰ ਜਿਹਦੇ ਮੋਢਿਆਂ ਤੇ ਸਾਰਾ ਕੁਝ ਹੈ, ਉਹਨੇ ਤਾਂ ਆਪਦਾ ਸਿਆਸੀ ਫਾਇਦਾ ਇਹ ਤੋਂ ਖੱਟਿਆ। ਔਰ ਹਾਈ ਕੋਰਟ ਨੇ ਇੰਨੀ ਸਟਰੋਂਗ ਟਿੱਪਣੀ, ਸਾਰੀ ਇਨਕੁਆਇਰੀ ਉਹਦੀ ਕੈਂਸਲ ਹੋਈ ਔਰ ਉਹਨਾਂ ਤੇ ਪਿਛਲੇ ਜੋ ਜੁਰਮਾਨੇ ਲੱਗੇ ਸੀ ਉਹਦਾ ਜ਼ਿਕਰ ਹੋਇਆ। ਸੋ ਪੋਲਿਟਿਸਾਈਜੇਸ਼ਨ, ਕਹਿੰਦੇ ਹੋਮ ਮਿਨਿਸਟਰ ਸੀ, ਡਿਪਟੀ CM ਸੀ, ਗੋਲੀ ਚਲਾਉਂਦੇ। ਜੇ ਇਹੀ ਗੱਲ ਹੈ ਫਿਰ ਸਾਰੇ ਹੋਮ ਮਿਨਿਸਟਰ ਦੇਸ਼ ਦੇ ਹਰ ਸੂਬੇ ਦੇ ਵਿਲ ਬੀ ਰਿਸਪੌਂਸਿਬਲ ਫॉर ਆਲ ਐਕਸ਼ਨਸ ਇਨ ਸਟੇਟ। ਫਿਰ ਭਗਵੰਤ ਮਾਨ ਸਿੰਘ ਨਹੀਂ ਬਚ ਸਕਦੇ ਮੂਸੇ ਵਾਲੇ ਦੇ ਚੱਕਰ ਚੋਂ। ਕੱਲਾ ਭਾਵਰੇ ਤੇ ਜ਼ਿੰਮੇਵਾਰੀ ਫਿੱਟ ਹੋ ਕੇ ਨਹੀਂ ਬਚਣਾ ਕੰਮ। ਜਨ ਭਗਵੰਤ ਮਾਨ ਇਜ਼ ਰਿਸਪੌਂਸਿਬਲ, ਜਿਹਨੇ ਸਿਕਿਉਰਿਟੀ ਦਾ ਇਸ਼ਤਿਹਾਰ ਦਿੱਤਾ ਸੀਗਾ। ਠੀਕ ਤਾਂ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਆਪਣੇ ਪ੍ਰਧਾਨ ਦੇ ਨਾਲ ਜਾ ਰਹੇ ਹੈ। ਪੂਰੀ ਲੀਡਰਸ਼ਿਪ ਇਸ ਵੇਲੇ SIT ਦੇ ਸਾਹਮਣੇ ਜਾ ਰਹੀ ਹੈ। SIT ਦੇ ਸਾਹਮਣੇ ਪੇਸ਼ ਹੋਏਗੀ। ਇਸ ਵੇਲੇ ਅਕਾਲੀ ਦਲ ਦੇ ਦਫ਼ਤਰ ਤੋਂ तमाम ਲੀਡਰਸ਼ਿਪ ਜਿਹੜੀ ਉਹ ਨਿਕਲਦੀ ਹੋਈ ਨਜ਼ਰ ਆਈ ਹੈ ਔਰ ਕਹਿ ਰਹੇ ਨੇ ਕਿ ਸਿਰਫ ਇਸ ਮਸਲੇ ਦੇ ਉੱਤੇ ਸਿਆਸਤ ਹੁੰਦੀ ਹੋਈ ਨਜ਼ਰ ਆਈ ਹੈ। ਮਸਲੇ ਤੇ ਲਗਾਤਾਰ ਸਿਆਸਤ ਹੋਈ ਹੈ ਤਾਂ ਇਸੇ ਵਜ੍ਹਾ ਕਰਕੇ SIT ਕਿਤੇ ਵੀ ਬੁਲਾਏਗੀ, ਅਸੀਂ SIT ਦੇ ਸਾਹਮਣੇ ਪੇਸ਼ ਹੋਵਾਂਗੇ, ਸਾਨੂੰ ਕਿਸੇ ਗੱਲ ਦਾ ਡਰ ਨਹੀਂ ਹੈ। ਇਸੇ ਬਾਬਤ ਇਸ ਵੇਲੇ ਪੂਰੀ ਲੀਡਰਸ਼ਿਪ ਜਿਹੜੀ ਹੈ ਉਹ ਹੁਣ ਜਿਹੜੀ ਹੈ ਉਹ SIT ਦੇ ਸਾਹਮਣੇ ਪੇਸ਼ ਹੋਣ ਦੇ ਲਈ ਪ੍ਰਧਾਨ ਦੇ ਨਾਲ ਜਾਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੁਣ ਅਕਾਲੀ ਦਲ ਦੇ ਦਫ਼ਤਰ ਤੋਂ ਨਿਕਲ ਕੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ SIT ਦੇ ਦਫ਼ਤਰ ਜਾ ਰਹੇ ਨੇ, SIT ਦੇ ਸਾਹਮਣੇ ਪੇਸ਼ ਹੋਣਗੇ ਔਰ ਪੂਰੀ ਕੈਬਨਿਟ ਪੂਰੀ ਜਿਹੜੀ ਇਸ ਵੇਲੇ ਅਕਾਲੀ ਦਲ ਦੀ ਟੀਮ ਹੈ, ਅਕਾਲੀ ਦਲ ਦੀ ਪੂਰੀ ਟੀਮ ਜਿਹੜੀ ਹੈ, ਅਕਾਲੀ ਦਲ ਦੀ तमाम ਲੀਡਰਸ਼ਿਪ ਜਿਹੜੀ ਹੈ ਉਹ ਇਸ ਵੇਲੇ ਆਪਣੇ ਪ੍ਰਧਾਨ ਦੇ ਨਾਲ SIT ਦੇ ਦਫ਼ਤਰ ਜਾਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਹ ਪੂਰਾ ਕਾਫਲਾ ਅਸੀਂ ਦਿਖਾ ਰਹੇ ਹਾਂ ਕਿ ਇਸ ਵੇਲੇ ਅਕਾਲੀ ਦਲ ਦੇ ਦਫ਼ਤਰ ਤੋਂ ਨਿਕਲ ਚੁੱਕੇ ਨੇ ਸੁਖਬੀਰ ਸਿੰਘ ਬਾਦਲ। ਅਕਾਲੀ ਦਲ ਦੇ ਦਫ਼ਤਰ ਤੋਂ ਸੁਖਬੀਰ ਸਿੰਘ ਬਾਦਲ ਨਿਕਲ ਚੁੱਕੇ ਨੇ SIT ਦੇ ਦਫ਼ਤਰ ਜਾਣ ਦੇ ਲਈ ਔਰ SIT ਦੇ ਦਫ਼ਤਰ ਇਸ ਵੇਲੇ ਪੂਰਾ ਕਾਫਲਾ ਜਿਹੜਾ ਜਾਂਦਾ ਹੋਇਆ ਨਜ਼ਰ ਆ ਰਿਹਾ। SIT ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ ਅਗਲੇ ਕੁਝ ਹੀ ਮਿੰਟ ਦੇ ਵਿੱਚ। ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਦੇ ਦਈਏ, ਸੁਖਬੀਰ ਸਿੰਘ ਬਾਦਲ ਅਗਲੇ ਕੁਝ ਹੀ ਮਿੰਟ ਦੇ ਵਿੱਚ SIT ਦੇ ਸਾਹਮਣੇ ਪੇਸ਼ ਹੋਣਗੇ। SIT ਦੇ ਸਾਹਮਣੇ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਪੇਸ਼ ਹੋਣਗੇ ਔਰ ਸਭ ਤੋਂ ਪਹਿਲਾਂ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ। ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਿਆਸਤ ਹੁੰਦੀ ਆਈ ਨਜ਼ਰ ਆਈ ਹੈ ਔਰ ਮੈਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ SIT ਦੇ ਸਾਹਮਣੇ ਪੇਸ਼ ਹੋਊਂਗਾ, ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਜਿਹੜਾ ਵਾ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ। ਤਾਂ ਇਸ ਵੇਲੇ ਅਗਲੇ ਕੁਝ ਹੀ ਮਿੰਟ ਦੇ ਵਿੱਚ SIT ਦੇ ਸਾਹਮਣੇ ਪੇਸ਼ ਹੋਣਗੇ ਸੁਖਬੀਰ ਸਿੰਘ ਬਾਦਲ। ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਜੋ ਨੋਨੇਹਾਲ ਸਿੰਘ ਨੇ ਉਹਨਾਂ ਦੀ ਅਗਵਾਈ ਦੇ ਵਿੱਚ SIT ਜਾਂਚ ਕਰ ਰਹੀ ਹੈ ਔਰ ਹੁਣ ਅਗਲੇ ਕੁਝ ਹੀ ਮਿੰਟ ਦੇ ਵਿੱਚ ਸੈਕਟਰ 32 ਦੇ ਵਿੱਚ ਪੇਸ਼ ਹੋਣਗੇ ਸੁਖਬੀਰ ਸਿੰਘ ਬਾਦਲ SIT ਦੇ ਸਾਹਮਣੇ। ਤਾਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੁਖਬੀਰ ਸਿੰਘ ਬਾਦਲ ਇਸ ਵੇਲੇ SIT ਦੇ ਸਾਹਮਣੇ ਪੇਸ਼ ਹੋਣ ਦੇ ਲਈ ਦਫ਼ਤਰ ਤੋਂ ਨਿਕਲ ਚੁੱਕੇ ਨੇ ਸੁਖਬੀਰ ਸਿੰਘ ਬਾਦਲ। ਨਿਊਜ਼ 18 ਦੇ ਨਾਲ ਖਾਸ ਗੱਲਬਾਤ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਹੈ। ਇਸ ਵੇਲੇ ਖਾਸ ਜਿਹੜੀ ਗੱਲਬਾਤ ਨਿਊਜ਼ 18 ਦੇ ਨਾਲ ਕੀਤੀ ਔਰ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸਿਰਫ ਇਸ ਮਾਮਲੇ ਤੇ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਲਗਾਤਾਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਦਫ਼ਤਰ ਤੋਂ ਬਾਹਰ ਨਿਕਲ ਕੇ SIT ਦੇ ਦਫ਼ਤਰ ਜਾ ਰਹੇ ਔਰ ਪੂਰੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੀ ਪਾਰਟੀ ਦੇ ਲੀਡਰ ਨੇ ਉਹ ਨਜ਼ਰ ਆ ਰਹੇ ਨੇ। ਸਾਰੇ ਲੀਡਰ, ਚਾਹੇ ਬਿਕਰਮ ਮਜੀਠੀਆ ਹੋਣ, ਚਾਹੇ ਡਾਕਟਰ ਦਲਜੀਤ ਸਿੰਘ ਚੀਮਾ ਹੋਣ, ਚਾਹੇ ਸ਼ਰਨਜੀਤ ਸਿੰਘ ਢਿੱਲੋਂ ਹੋਣ, ਸਾਰੀ ਲੀਡਰਸ਼ਿਪ ਇਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਖੜੀ ਹੁੰਦੀ ਹੋਈ ਨਜ਼ਰ ਆਈ ਹੈ। ਲਗਾਤਾਰ ਇਸ ਵੇਲੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਬਾਬਤ ਸਿਆਸਤ ਹੁੰਦੀ ਹੈ, ਲੇਕਿਨ ਦੂਜੇ ਪਾਸੇ ਜਿਹੜੀ ਵਿਰੋਧੀ ਪਾਰਟੀਆਂ ਨੇ, ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੀਆਂ ਆਈਆਂ ਨੇ ਕਿ ਹੋਮ ਮਿਨਿਸਟਰ ਸੀ ਸੁਖਬੀਰ ਸਿੰਘ ਬਾਦਲ, ਉਸ ਵੇਲੇ ਡਿਪਟੀ CM ਸੀ। ਡਿਪਟੀ CM ਹੋਮ ਮਿਨਿਸਟਰ ਨੂੰ ਕੀ ਇਸ ਬਾਬਤ ਜਾਣਕਾਰੀ ਨਹੀਂ ਸੀ ਕਿ ਇਹਨਾਂ ਦੇ ਹੁਕਮਾਂ ਤੋਂ ਬਾਅਦ ਹੀ ਗੋਲੀ ਚੱਲੀ? ਲਗਾਤਾਰ ਕਈ ਸਾਰੇ ਸਵਾਲ ਨੇ ਔਰ ਇਹ ਸਾਰੇ ਸਵਾਲਾਂ ਦੀ ਲਿਸਟ ਜਿਹੜੀ ਹੈ ਉਹ SIT ਨੇ ਤਿਆਰ ਕੀਤੀ ਹੈ। ਸਾਰੇ ਸਵਾਲ ਜਿਹੜੇ ਨੇ ਉਹ SIT ਪੁੱਛੇਗੀ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ। ਤਾਂ ਅਗਲੇ ਕੁਝ ਹੀ ਮਿੰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ SIT ਦੇ ਸਾਹਮਣੇ ਪੇਸ਼ ਹੋਣਗੇ। ਤਾਂ ਇਸ ਵੇਲੇ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਨਿਊਜ਼ 18 ਲਗਾਤਾਰ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਸੂਬੇ ਦੇ ਐਕਸ ਹੋਮ ਮਿਨਿਸਟਰ ਨੇ, 2015 ਦਾ ਪੂਰਾ ਮਾਮਲਾ ਹੈ ਔਰ ਉਸ
ਪੂਰੇ ਮਾਮਲੇ ਦੇ ਵਿੱਚ ਲਗਾਤਾਰ ਸਵਾਲ ਉੱਠਦੇ ਨਜ਼ਰ ਆਏ, ਧਰਨੇ ਲਗਾਤਾਰ ਚੱਲਦੇ ਨਜ਼ਰ ਆਏ। ਐਸਆਈਟੀ ਦੀ ਜਾਂਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ, ਤਾਂ ਹੁਣ ਸੁਖਬੀਰ ਸਿੰਘ ਬਾਦਲ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ। ਉਹਨਾਂ ਦੇ ਨਾਲ ਪੂਰੀ ਲੀਡਰਸ਼ਿਪ ਜਿਹੜੀ ਹੈ ਉਹ ਐਸਆਈਟੀ ਦੇ ਦਫ਼ਤਰ ਵਾਲੇ ਪਾਸੇ ਜਾਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਦਿਖਾ ਰਹੇ ਹਾਂ। ਔਰ ਜਦੋਂ ਐਸਆਈਟੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪੇਸ਼ ਹੋਣਾ ਸੀ ਤਾਂ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਕੀਤੀ ਹੈ। ਔਰ ਇਹ ਤਸਵੀਰਾਂ ਅਸੀਂ ਇਸ ਵੇਲੇ ਦਿਖਾ ਰਹੇ ਹਾਂ। ਅਗਲੇ ਕੁਝ ਹੀ ਮਿੰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਐਸਆਈਟੀ ਦੇ ਮੈਂਬਰਾਂ ਦੇ ਸਾਹਮਣੇ ਪੇਸ਼ ਹੋਣਗੇ। ਐਸਆਈਟੀ ਦੇ ਸਵਾਲ ਜਿਹੜੇ ਨੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਇਸ ਬਾਬਤ ਬਣੀ ਹੈ, ਉਹ ਸਾਰੇ ਸਵਾਲਾਂ ਦੀ ਲਿਸਟ ਜਿਹੜੀ ਹੈ ਉਹ ਤਿਆਰ ਹੈ। ਤਾਂ ਇਹ ਸਾਰੇ ਸਵਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੋਂ ਪੁੱਛੇ ਜਾਣਗੇ। ਲਗਾਤਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਨਿਊਜ਼ 18 ਦੀ ਟੀਮ ਜਾਰੀ ਗਰਾਊਂਡ ਜ਼ੀਰੋ ਤੋਂ। ਸੁਖਬੀਰ ਸਿੰਘ ਬਾਦਲ ਅਗਲੇ ਕੁਝ ਹੀ ਮਿੰਟ ਦੇ ਵਿੱਚ ਪੇਸ਼ ਹੋਣਗੇ ਐਸਆਈਟੀ ਦੇ ਸਾਹਮਣੇ, ਕਿਉਂਕਿ ਦੋ ਐਸਆਈਟੀ ਇਸ ਬਾਬਤ ਬਣੀਆਂ ਨੇ ਗੋਲੀकांड ਮਾਮਲੇ ਦੇ ਵਿੱਚ। ਇੱਕ ਬਹਿਬਲ ਕਲਾਂ ਗੋਲੀकांड ਔਰ ਦੂਸਰਾ ਕੋਟਕਪੂਰਾ ਗੋਲੀकांड। ਤਾਂ ਇਸ ਵੇਲੇ ਬਹਿਬਲ ਕਲਾਂ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਐਸਆਈਟੀ ਨੋਨੀਹਾਲ ਹੋਰਾਂ ਦੀ ਅਗਵਾਈ ਦੇ ਵਿੱਚ ਕਰ ਰਹੀ ਹੈ। ਉਹਨਾਂ ਦੀ ਐਸਆਈਟੀ ਜਿਹੜੀ ਹੈ ਪੁੱਛਗਿੱਛ ਕਰੇਗੀ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ। ਕਿੰਨੀ ਦੇਰ ਪੁੱਛਗਿੱਛ ਹੁੰਦੀ ਹੈ, ਕਿੰਨਾ ਸਮਾਂ ਐਸਆਈਟੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਬਿਤਾਉਂਦੇ ਨੇ, ਇਹ ਕਾਫੀ ਅਹਿਮ ਰਹਿਣ ਵਾਲਾ ਹੈ। ਕਿੰਨੇ ਸਵਾਲ ਐਸਆਈਟੀ ਦੇ ਸਾਹਮਣੇ ਜਿਹੜੇ ਪੂਰੇ ਤਿਆਰ ਨੇ ਸੁਖਬੀਰ ਸਿੰਘ ਬਾਦਲ ਤੋਂ ਜਿਹੜੇ ਪੁੱਛੇ ਜਾਣੇ ਨੇ। ਤਾਂ ਇਸ ਵੇਲੇ ਅਗਲੇ ਕੁਝ ਹੀ ਮਿੰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਫਿਰ ਜ਼ਿੰਮੇਵਾਰ ਕੌਣ ਹੋਇਆ? ਫਿਰ ਹੋਮ ਮਿਨਿਸਟਰ ਤੇ ਨਹੀਂ ਹੋਊਗਾ ਫਿਰ ਇਹ ਪਰਚਾ ਜੀ। ਇੱਕ ਲਾਸਟ ਮੇਰਾ ਉਹ ਹੈਗਾ, ਇੱਕ ਦਲੀਲ ਸਰਕਾਰ ਜਾਂ ਵਿਰੋਧੀ ਧਿਰਾਂ ਵੀ ਇਹ ਦਿੰਦੀਆਂ ਹੈ ਕਿ ਜੇ ਡਿਊਟੀ ਮੈਜਿਸਟ੍ਰੇਟ ਵੀ ਸੀਗਾ ਤਾਂ ਐਵੇਂ ਹੋ ਨਹੀਂ ਸਕਦਾ ਕਿ ਹੋਮ ਮਿਨਿਸਟਰ ਦੀ ਜਾਂ ਡਿਪਟੀ ਸੀਐਮ ਦੀ ਜਾਣਕਾਰੀ 'ਚ ਨਾ ਹੋਵੇ। ਪਹਿਲੀ ਗੱਲ ਤਾਂ ਮੇਰਾ ਫਿਰ ਬਾਅਦ 'ਚ ਸਵਾਲ ਨਾ ਉਹਨਾਂ ਨੇ ਪੁੱਛਿਆ ਹੋਵੇ। ਮੇਰੀ ਇਹ ਬੇਨਤੀ ਹੈ, ਪਹਿਲੀ ਗੱਲ ਹੋਮ ਮਿਨਿਸਟਰ ਸਾਹਿਬ ਸੂਬੇ 'ਚ ਹੀ ਹੈ ਨਹੀਂ ਸੀ, ਕਿਸੇ ਨਾਲ ਸੰਪਰਕ 'ਚ ਹੀ ਹੈ ਨਹੀਂ ਸੀ। ਇੱਕ ਸਵਾਲ, ਜੇ ਉਹ ਹੈ ਹੀ ਨਹੀਂ ਸੀ ਡਿਊਟੀ ਤੇ, ਤੁਸੀਂ ਛੁੱਟੀ ਲੈ ਕੇ ਗਏ ਹੋ ਤੇ ਆਹ ਕੈਮਰਾ ਕਿਸੇ ਹੋਰ ਦੇ ਹੱਥ 'ਚ ਹੋਵੇ, ਤੁਸੀਂ ਤਾਂ ਜ਼ਿੰਮੇਵਾਰ ਨਹੀਂ ਨਾ। ਇਸ ਕਰਕੇ ਪਹਿਲੀ ਗੱਲ ਤਾਂ ਹੈ ਹੀ ਨਹੀਂ ਸੀ। ਸਾਥ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬੁਲਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣ ਸਕਦਾ। ਤੇ ਫਿਰ ਜੇ ਇਹੀ ਕੁਝ ਹੋਣਾ ਤੇ ਮੈਂ ਪੁੱਛ ਰਿਹਾ ਨਾ ਸਵਾਲ ਕਿ ਪਟਿਆਲੇ ਦੇ ਵਿੱਚ ਗੋਲੀ ਨਾਲ ਇੰਜਰਡ ਹੋਇਆ, ਹੋਮ ਮਿਨਿਸਟਰ ਸਾਹਿਬ ਨੇ ਲਿਖਤੀ ਆਰਡਰ ਕੀਤਾ ਸੀ, ਫਿਰ ਦਿਓ ਹੋਮ ਮਿਨਿਸਟਰ ਤੇ ਪਰਚਾ। ਇਸ ਕਰਕੇ ਇਹ ਹਾਸੋਹੀਣੀਆਂ ਗੱਲਾਂ ਨੇ। ਜਿਹੜੇ ਲੋਕ ਕਾਨੂੰਨ ਜਾਣਦੇ ਆ, ਜਿਹੜੇ ਲੋਕ ਅਦਾਲਤਾਂ 'ਚ ਕੰਮ ਕਰਦੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਜਿਹੜੇ ਪੁਲਿਸ ਦੇ ਮੁਲਾਜ਼ਮ ਨੇ, ਪੁਲਿਸ ਦੇ ਅਫਸਰ ਨੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੋਸੀਜਰ ਕੀ ਹੁੰਦਾ ਜੇ ਕਿਤੇ ਲਾਠੀਚਾਰਜ ਕਰਨਾ ਪੈ ਜੇ ਜਾਂ ਗੋਲੀ ਚਲਾਉਣੀ ਪੈ ਜੇ। ਆ ਕੱਲ ਪਰਸੋਂ ਛੋਲਿਆਂ ਨੂੰ ਕੁੱਟੇ ਆ ਜਿਹੜੇ ਬਿਜਲੀ ਬੋਰਡ ਵਾਲੇ ਮੁਲਾਜ਼ਮ ਸੀਗੇ, ਤੇ ਫਿਰ ਕੀ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਦੇ ਮਾਰੋ ਡਾਂਗਾ। ਇਸ ਕਰਕੇ ਇਹ ਗੱਲਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ, ਇਹ ਰੱਬ ਦੀ ਦਿੱਤੀ ਹੋਈ ਤਾਕਤ ਹੈ, ਨਾ ਕਿਸੇ ਕੋਲੇ ਕਦੇ ਰਹੀ ਹੈ ਤੇ ਨਾ ਕਿਸੇ ਕੋਲੇ ਰਹਿਣੀ ਹੈ। ਇਹ ਜਿਹੜੀ ਤਾਕਤ ਦਿੱਤੀ ਹੈ ਇਹਨੂੰ ਸਹੀ ਪਾਸੇ ਵਰਤੋ, ਨਾ ਕਿ ਪੋਲਿਟਿਕਸ ਵਾਲੇ ਪਾਸੇ ਵਰਤੋ। ਬਾਰ-ਬਾਰ ਇਹ ਕਿਹਾ ਜਾਂਦਾ ਕਿ ਸੰਮਨ ਕਰ ਦਿੱਤਾ ਗਿਆ 14 ਲਈ, 6 ਤਰੀਕ ਲਈ। ਪੋਲੀਟੀਕਲ ਵੈਂਡੇਟਾ ਹੈ ਸਰਕਾਰ, ਟੋਟਲ ਪੋਲਿਟਿਕਸ ਹੋ ਰਹੀ ਹੈ ਔਰ 500 ਕਰੋੜ ਦੇ ਘਪਲੇ ਤੋਂ ਧਿਆਨ ਭੜਕਾਉਣ ਲਈ ਹੋ ਰਹੀ ਹੈ। ਸਿਸੋਦੀਆ ਐਂਡ ਕੰਪਨੀ ਨੂੰ ਬਚਾਉਣ ਲਈ ਹੋ ਰਹੀ ਹੈ, ਕਿਉਂਕਿ ਇਹ ਸਾਰੀ ਪਾਲਿਸੀ ਜਿਹੜੀ ਹੈ ਦਿੱਲੀ ਸਿਸੋਦੀਆ ਸਾਹਿਬ ਦੇ ਘਰ ਬੈਠ ਕੇ ਬਣੀ। ਔਰ ਜੇ ਦਿੱਲੀ ਵਾਲੀ ਪਾਲਿਸੀ ਵਾਪਸ ਹੋ ਸਕਦੀ ਹੈ ਤੇ ਫਿਰ ਪੰਜਾਬ ਵਾਲੀ ਚੰਗੀ ਕਿਵੇਂ ਰਹੇਗੀ? ਉਸੇ ਬੰਦੇ ਨੇ ਬਣਾਈ ਹੈ। ਔਰ 5% ਤੇ ਮੈਂ ਤੁਹਾਡੇ ਰਾਹੀਂ ਇੱਕ ਗੱਲ ਕਹਿਣਾ ਹੈ, ਆ ਸਾਡੇ ਸਾਰੇ ਪਾਰਟੀ ਵਾਲੇ ਬੰਦੇ ਵਿਹਲੇ ਹੀ ਹੈ। ਇਹ ਇਹਨਾਂ ਨੇ 5% ਤੋਂ ਵਧਾ ਕੇ ਕਮਿਸ਼ਨ 10% ਕੀਤਾ ਨਾ, ਅਸੀਂ 4 ਤੇ ਹੀ ਸਾਰਾ L1 ਲੈਣ ਨੂੰ ਤਿਆਰ ਹੈ। ਤੁਹਾਡੇ ਕੈਮਰੇ ਤੇ ਕਹਿੰਦੇ ਆ ਕਿ 4% ਤੇ ਹੀ ਦੇ ਦਿਓ, ਅਸੀਂ ਸਾਰਾ L1 ਲੈਣ ਨੂੰ ਤਿਆਰ ਹੈ। ਪਰ ਇਹ ਗੱਲ ਇਹ ਹੈਗੀ ਹੈ ਕਿ ਜਦੋਂ 500 ਕਰੋੜ ਦਾ ਘਪਲਾ ਉਜਾਗਰ ਹੋ ਗਿਆ ਤੇ ਉਦੋਂ ਇਹ ਨੋਟਿਸ ਖੇਡਣ ਲੱਗ ਗਏ। ਮੈਂ ਫਿਰ ਕਹੂੰਗਾ ਤੁਹਾਨੂੰ, ਇਹ ਤੁਹਾਡਾ ਜਰਨਲਿਜ਼ਮ ਦਾ ਸਵਾਲ ਹੈ, ਕਿਰਪਾ ਕਰੋ ਥੋੜਾ ਜਿਹਾ ਜਰਨਲਿਜ਼ਮ ਦਾ ਕੰਮ ਕਰੀਏ। ਬਹਿਬਲ ਕਲਾਂ ਦੀ ਤਾਂ ਬੰਦ ਲਿਫਾਫਾ ਰਿਪੋਰਟ ਕੋਰਟ 'ਚ ਪਹੁੰਚ ਚੁੱਕੀ ਹੈ, ਇਹ ਫਿਰ ਦੁਬਾਰੇ ਨੋਟਿਸ ਕਿਉਂ ਆਇਆ? ਇਹ ਹੁਣ ਇਹ ਵੀ ਪੜਤਾਲ ਰਿਪੋਰਟਾਂ ਗਈਆਂ। ਸਾਨੂੰ ਇਹ ਵੀ ਪਤਾ ਹੈ ਕਿ ਡੀਜੀਪੀ ਸਾਹਿਬ ਨੂੰ ਕਿੱਥੇ ਬੁਲਾਇਆ ਗਿਆ, ਸਾਨੂੰ ਇਹ ਵੀ ਪਤਾ ਹੈ ਕਿ ਕਿਵੇਂ ਹਦਾਇਤਾਂ ਹੋ ਰਹੀਆਂ। ਪਰ ਮੈਂ ਬੇਨਤੀ ਕਰੂੰਗਾ ਫਿਰ ਇੱਕ ਵਾਰੀ ਤੁਹਾਡੇ ਜ਼ਰੀਏ ਮੁੱਖ ਮੰਤਰੀ ਨੂੰ ਕਿ ਪੋਲਿਟਿਕਸ ਨਾ ਖੇਡੋ ਯਾਰ। ਪੋਲਿਟਿਕਸ ਲਈ ਹੋਰ ਸਟੇਜਾਂ ਬੜੀਆਂ, ਔਰ ਤੁਸੀਂ ਤਾਂ ਕਹਿੰਦੇ ਹੁੰਦੇ ਸੀਗੇ ਗੱਲਾਂ ਆਪਾਂ ਸਟੇਜਾਂ ਤੋਂ ਸੁਣਦੇ ਰਹੇ ਹਾਂ। ਇਸ ਕਰਕੇ ਪੋਲਿਟਿਕਸ ਨਾ ਕਰੋ ਪਲੀਜ਼। ਸਮਰਥਕ ਇੱਥੇ ਹੀ ਮੌਜੂਦ ਰਹਿਣਗੇ ਜਦੋਂ ਤੱਕ ਪੁੱਛਗਿੱਛ ਹੋਈ। ਕੁਦਰਤੀ ਗੱਲ ਹੈ, ਜੋ ਪੁਲਿਸ ਦਾ ਇੱਕ ਅਸੂਲ ਹੈ ਕਿ ਆ ਬੈਰੀਕੇਡ ਤੋਂ ਅੱਗੇ ਸਿਰਫ ਸਾਥ ਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਉਹਨਾਂ ਦੇ ਵਕੀਲ ਸਾਹਿਬਾਨ ਜਾਂ ਜੋ ਜਿਨ੍ਹਾਂ ਨੂੰ ਇਜਾਜ਼ਤ ਆ ਉਹੀ ਜਾਣਗੇ। ਤਾਂ ਕੁਦਰਤੀ ਗੱਲ ਹੈ ਕਿ ਅਸੀਂ ਇੱਥੇ ਆਰਾਮ ਨਾਲ ਜਿਹੜੇ ਲੀਡਰਾਂ ਨੂੰ ਪਤਾ ਲੱਗਿਆ, ਕੁਝ ਲੀਡਰ ਪਹੁੰਚੇ ਨੇ ਤੇ ਇੱਥੇ ਹੀ ਬੈਠਣਗੇ ਆਰਾਮ ਨਾਲ। ਠੀਕ ਹੈ। ਤਾਂ ਚਰਨਜੀਤ ਬਰਾੜ ਹੋਣੀ ਗੱਲਬਾਤ ਕਰ ਰਹੇ ਸੀਗੇ ਕਿ ਪੋਲੀਟੀਕਲ ਵੈਂਡੇਟਾ ਜਿਹੜਾ ਹੈ ਸਰਕਾਰ ਉਹ ਇਖਤਿਆਰ ਕਰ ਰਹੀ ਹੈ। ਔਰ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਕੁਝ ਹੀ ਦੇਰ 'ਚ ਸੁਖਬੀਰ ਬਾਦਲ ਹੋਣੀ ਪਹੁੰਚਣਗੇ।
ਸੋ ਦੋ ਤਸਵੀਰਾਂ ਦਿਖਾ ਰਹੇ ਹਾਂ ਸੁਖਬੀਰ ਬਾਦਲ ਦਾ ਕਾਫਲਾ ਇੱਕ ਪਾਸੇ ਪੰਕਜ ਕਪਾਹੀ ਤਸਵੀਰਾਂ ਜਿਹੜੀਆਂ ਨੇ ਸਾਨੂੰ ਸਿੱਧੀਆਂ ਪਹੁੰਚਾ ਰਹੇ ਨੇ ਕਾਫਲਾ ਜਿਹੜਾ ਉਹ ਪਹੁੰਚਣ ਵਾਲਾ ਹੈ ਕੁਝ ਹੀ ਸਮੇਂ ਦੇ ਵਿੱਚ ਔਰ ਦੂਸਰੀ ਤਸਵੀਰ ਹੈ ਸੈਕਟਰ 32 ਜਿੱਥੇ ਕਾਫਲਾ ਪਹੁੰਚਣਾ ਯਾਨੀ ਕਿ ਜਿੱਥੇ ਪੁੱਛਗਿੱਛ ਹੋਣੀ ਹੈ ਲਗਾਤਾਰ ਅਮਨ ਭਾਰਦਵਾਜ ਉੱਥੋਂ ਵੀ ਤਸਵੀਰਾਂ ਦਿਖਾ ਰਹੇ ਨੇ ਪੰਕਜ ਕਪਾਹੀ ਨੇ ਲਗਾਤਾਰ ਪੰਕਜ ਕੀ ਕੁਝ ਅਪਡੇਟ ਹੈ ਕਿੰਨੀ ਕੁ ਦੇਰ ਦੇ ਵਿੱਚ ਕਾਫਲਾ ਪਹੁੰਚੇਗਾ ਦੇਖੋ ਅਗਲੇ ਕੁਝ ਹੀ ਮਿੰਟ ਦੇ ਵਿੱਚ ਇਹ ਕਾਫਲਾ ਜਿਹੜਾ ਵਾ ਉਹ ਸੈਕਟਰ ਜਿਹੜਾ 34 ਪਹੁੰਚ ਜਾਏਗਾ ਜਿੱਥੇ ਐਸਆਈਟੀ ਦੀ ਟੀਮ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਣੀ ਹੈ ਪੂਰੇ ਜਿਹੜੇ ਆਫੀਸਰ ਨੇ ਉਹ ਪਹੁੰਚ ਚੁੱਕੇ ਨੇ ਔਰ ਦੂਜੇ ਪਾਸੇ ਇਹ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਜਿਹੜੀ ਪੂਰੀ ਲੀਡਰਸ਼ਿਪ ਹੈ ਉਹ ਇਸ ਵੇਲੇ ਮੌਜੂਦ ਹੈ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਬਾਤ ਮਸਲੇ ਤੇ ਸਿਆਸਤ ਹੁੰਦੀ ਹੋਈ ਨਜ਼ਰ ਆਈ ਯਾਰ ਕਿਸੇ ਨੂੰ ਪਤਾ ਗੋਲੀ ਚਲਾਉਣ ਦੇ ਹੁਕਮ ਕਿਸ ਦੇ ਵੱਲੋਂ ਦਿੱਤੇ ਗਏ ਸੀਗੇ ਤਾਂ ਤਸਵੀਰਾਂ ਅਸੀਂ ਲਗਾਤਾਰ ਇਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਾਫਲੇ ਦੀਆਂ ਦਿਖਾ ਰਹੇ ਹਾਂ ਕਿਉਂਕਿ ਪਹਿਲਾਂ ਸੈਕਟਰ 9 ਘਰੋਂ ਸਿੱਧਾ ਪਾਰਟੀ ਦਫ਼ਤਰ ਪਹੁੰਚੇ ਪਾਰਟੀ ਦਫ਼ਤਰ ਪਹੁੰਚ ਕੇ ਆਪਣੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਹੁਣ ਜਿਹੜਾ ਵਾ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਕਾਫਲਾ ਜਿਹੜਾ ਵਾ ਉਹ ਇਸ ਵੇਲੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਾਫਲੇ ਦੀਆਂ ਇਸ ਵੇਲੇ ਜਿਹੜਾ ਐਸਆਈਟੀ ਦੇ ਦਫ਼ਤਰ ਵਾਲੇ ਪਾਸੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਵਿਕਰਮ ਮਜੀਠੀਆ ਨੇ ਉਹਨਾਂ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਦੇ ਨਾਲ ਵਕੀਲਾਂ ਦੀ ਪੂਰੀ ਜਿਹੜੀ ਲੀਗਲ ਟੀਮ ਹੁੰਦੀ ਹੈ ਉਹ ਨਾਲ ਮੌਜੂਦ ਹੈ ਤਾਂ ਇਸ ਵੇਲੇ ਇਹ ਪੂਰਾ ਕਾਫਲਾ ਜਿਹੜਾ ਵਾ ਉਹ ਪਾਰਟੀ ਦਫ਼ਤਰ ਤੋਂ ਬਾਹਰ ਨਿਕਲ ਕੇ ਉਸ ਬਾਬਤ ਉਸ ਜਗ੍ਹਾ ਦੇ ਉੱਤੇ ਜਾਂਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਅਸੀਂ ਲਗਾਤਾਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਾਂ ਔਰ ਲਗਾਤਾਰ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਸੀ ਵਿਕਰਮ ਸਿੰਘ ਮਜੀਠੀਆ ਨੇ ਨਿਊਜ਼ 18 ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਔਰ ਸਵਾਲ ਮੌਜੂਦਾ ਸਰਕਾਰ ਦੇ ਉੱਤੇ ਵੀ ਚੁੱਕ ਦਿੱਤੇ ਕਿ ਅਗਰ ਹੋਮ ਮਿਨਿਸਟਰ ਦੇ ਉੱਤੇ ਜ਼ਿੰਮੇਵਾਰੀ ਪਾਣੀ ਹੋਏਗੀ ਗੋਲੀ ਚਲਾਉਣ ਦੀ ਤਾਂ ਫਿਰ ਉਹਨਾਂ ਨੇ ਇਹ ਵੀ ਸਵਾਲ ਚੁੱਕ ਦਿੱਤੇ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਸਿਕਿਉਰਿਟੀ ਹੈ ਉਹ ਕਿਸ ਦੇ ਵੱਲੋਂ ਵਿਡਰੋ ਕੀਤੀ ਗਈ ਹੋਮ ਮਿਨਿਸਟਰ ਨੇ ਕਿ ਸਿਕਿਉਰਿਟੀ ਵਿਡਰੋ ਕਰਨ ਦੇ ਹੁਕਮ ਦਿੱਤੇ ਸੀ ਤਾਂ ਉਸ ਘਟਨਾ ਦੇ ਨਾਲ ਵੀ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਜੋੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ ਸੈਕਟਰ 32 ਜਿਹੜਾ ਇਹ ਕਾਫਲਾ ਪਹੁੰਚ ਚੁੱਕਿਆ ਔਰ ਅਗਲੇ ਕੁਝ ਹੀ ਮਿੰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਐਸਆਈਟੀ ਦੇ ਦਫ਼ਤਰ ਪਹੁੰਚ ਜਾਣਗੇ ਔਰ ਜਿੱਥੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਐਸਆਈਟੀ ਦੇ ਪੂਰੇ ਸਵਾਲਾਂ ਦੀ ਇੱਕ ਲੰਬੀ ਲਿਸਟ ਜਿਹੜੀ ਉਹ ਤਿਆਰ ਕੀਤੀ ਹੋਈ ਹੈ ਉਹ ਸਾਰੇ ਸਵਾਲ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਕੋਲ ਪੁੱਛੇ ਜਾਣਗੇ ਕਿਉਂਕਿ 2015 ਦੀ ਘਟਨਾ 7 ਸਾਲ ਹੋ ਚੁੱਕੇ ਨੇ ਇਸ ਬਾਬਤ 2 ਸਰਕਾਰਾਂ ਜਾ ਚੁੱਕੀਆਂ 3 ਮੁੱਖ ਮੰਤਰੀ ਬਦਲੇ ਜਾ ਚੁੱਕੇ ਨੇ ਔਰ ਲਗਾਤਾਰ ਇਨਸਾਫ ਦੀ ਮੰਗ ਜਿਹੜੇ ਹੈ ਉਹ ਕਰਦੇ ਹੋਏ ਨਜ਼ਰ ਆਏ ਨੇ ਕਈ ਸਾਰੇ ਲੋਕ ਇਸ ਬਾਬਤ ਧਰਨਾ ਮੁਜ਼ਾਹਰਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਨੇ ਔਰ ਲਗਾਤਾਰ ਇਸ ਗੱਲ ਦਾ ਵੀ ਜ਼ਿਕਰ ਹੁੰਦਾ ਰਿਹਾ ਕਿ ਸੱਚਾਈ ਸਾਹਮਣੇ ਆਣੀ ਚਾਹੀਦੀ ਕਿ ਗੋਲੀ ਚਲਾਉਣ ਦੀ ਵਜ੍ਹਾ ਕੀ ਬਣੀ ਗੋਲੀ ਚਲਾਉਣ ਦੇ ਹੁਕਮ ਕਿਉਂ ਦਿੱਤੇ ਗਏ ਔਰ ਕੀ ਉਸ ਵੇਲੇ ਦੇ ਹੋਮ ਮਿਨਿਸਟਰ ਨੂੰ ਇਸ ਬਾਬਤ ਜਾਣਕਾਰੀ ਸੀ ਕਿ ਉਸ ਵੇਲੇ ਦੇ ਹੋਮ ਮਿਨਿਸਟਰ ਵੱਲੋਂ ਦਿੱਤੇ ਗਏ ਹਾਲਾਂਕਿ ਸੁਖਬੀਰ ਸਿੰਘ ਬਾਦਲ ਅਮੂਮਨ ਇਹ ਕਹਿੰਦੇ ਨਜ਼ਰ ਆਏ ਨੇ ਕਿ ਗੋਲੀ ਚਲਾਉਣ ਵੇਲੇ ਜਦੋਂ ਗੋਲੀਆਂ ਚੱਲੀਆਂ ਸੀਗੀਆਂ ਉਹ ਦੇਸ਼ ਵਿੱਚ ਮੌਜੂਦ ਹੀ ਨਹੀਂ ਸੀਗੇ